हाँ जी दोस्तों, ट्रकिंग भाईचारा शो ਤੁਹਾਡੇ ਕਦਮਾਂ ਦੇ ਵਿੱਚ ਫਿਰ ਹਾਜ਼ਰ ਹਾਂ। ਕਿਸੇ ਤਕਨੀਕੀ ਕਾਰਨ ਕਰਕੇ ਕੈਮਰੇ ਦੇ ਵਿੱਚ ਕੁਝ ਇਸ਼ੂ ਆ ਗਏ ਸਨ, ਸੋ ਮੈਂ ਫਿਰ ਤੋਂ ਦੁਬਾਰਾ, ਕਿਉਂਕਿ ਅਜੇ ਅਸੀਂ ਸਟਾਰਟ ਹੀ ਕੀਤਾ ਸੀ ਇਹ ਪ੍ਰੋਗਰਾਮ, ਸੋ ਕੋਈ ਜਾਣਕਾਰੀ ਇਹ ਸਾਂਝੀ ਨਹੀਂ ਕੀਤੀ ਸੀ। ਸੋ ਮੈਂ ਇੱਕ ਵਾਰ ਫਿਰ ਦੁਬਾਰਾ ਸਟਾਰਟਿੰਗ ਤੋਂ ਤੁਹਾਡੇ ਨਾਲ ਫਿਰ ਜੁੜ ਰਿਹਾ ਕਿ ਇਹ ਸ਼ੋ ਜਿਹੜਾ ਟਰਕਿੰਗ ਭਾਈਚਾਰਾ ਹੈ, ਇਸ ਦਾ ਮਕਸਦ ਆਪ ਸਾਰਿਆਂ ਨੂੰ, ਸਾਰੇ ਟਰਕਿੰਗ ਭਾਈਚਾਰੇ ਨੂੰ, ਖਾਸ ਕਰਕੇ ਪੰਜਾਬੀ ਟਰਕਿੰਗ ਭਾਈਚਾਰੇ ਨੂੰ ਅਮਰੀਕਾ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਜਾਂ ਕੈਲੀਫੋਰਨੀਆ ਦੇ ਕਾਨੂੰਨਾਂ ਦੇ ਹਿਸਾਬ ਨਾਲ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਹੈ, ਤਾਂ ਕਿ ਤੁਸੀਂ ਸਮੇਂ ਦੇ ਹਾਣੀ ਹੋ ਸਕੋ ਔਰ ਇਸ ਵਪਾਰ ਨੂੰ, ਆਪਣੇ ਇਸ ਬਿਜ਼ਨਸ ਨੂੰ ਚੰਗੀ ਤਰ੍ਹਾਂ ਪ੍ਰਫੁੱਲਿਤ ਕਰ ਸਕੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੈਨਲਟੀਆਂ, ਤੁਹਾਨੂੰ ਹੋਰ ਤਰ੍ਹਾਂ ਦੇ ਜਿਹੜੇ ਜੁਰਮਾਨੇ ਹਨ, ਜਿਹੜੀਆਂ ਹੋਰ ਤਰ੍ਹਾਂ ਦੀਆਂ ਫੀਸਾਂ, ਜਿਹੜੀਆਂ ਕਿ ਜਾਣਕਾਰੀ ਦੀ ਘਾਟ ਹੋਣ ਕਰਕੇ ਸਾਨੂੰ ਅਕਸਰ ਪੇ ਕਰਨੀਆਂ ਪੈਂਦੀਆਂ, ਤੁਸੀਂ ਉਹਨਾਂ ਤੋਂ ਤੁਹਾਡਾ ਬਚਾਅ ਹੋ ਸਕੇ। ਇਸ ਤੋਂ ਇਲਾਵਾ ਕਿ ਜਿਹੜੀ ਇੱਕ ਵੱਡੀ ਸਟ੍ਰੈਸ ਜਾਂ ਇੱਕ ਬੜਾ ਜਿਹੜਾ ਮਾਨਸਿਕ ਤਣਾਅ ਹੈ ਤੁਹਾਡੇ ਉੱਤੇ ਹੋ ਜਾਂਦਾ ਹੈ ਅਕਸਰ ਗਲਤੀ ਕਰਨ ਦੇ ਨਾਲ ਜਾਂ ਆਡਿਟਸ ਦੇ ਵਿੱਚ ਫੜੇ ਜਾਣ ਤੋਂ ਬਾਅਦ, ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਕਿ ਸਮੇਂ ਦੀ ਜਿਹੜੀ ਬਰਬਾਦੀ ਹੈ, ਉਹ ਇੱਕ ਬਹੁਤ ਹੀ ਇਨਸਾਨ ਨੂੰ, ਖਾਸ ਕਰਕੇ ਟਰੱਕਰ ਵੀਰਾਂ ਨੂੰ ਬਹੁਤ ਜ਼ਿਆਦਾ ਪਿੰਚ ਕਰਦੀ ਹੈ, ਬੜੇ ਜ਼ਿਆਦਾ ਦੁਖੀ ਕਰਦੀ ਹੈ। ਸੋ ਇੱਕ ਸ਼ੋਅ ਦਾ ਮਕਸਦ ਇਹ ਹੈ ਕਿ ਤੁਸੀਂ ਐਸੀਆਂ ਪੈਨਲਟੀਜ਼ ਤੋਂ, ਐਸੇ ਜੁਰਮਾਨਿਆਂ ਤੋਂ ਬਚ ਸਕੋ ਔਰ ਆਪਣੇ ਆਪ ਨੂੰ ਅਪਡੇਟ ਇਸ ਟਰਕਿੰਗ ਕੰਪਲਾਈਂਸ ਤੋਂ ਕਰ ਸਕੋ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਪਹਿਲਾਂ ਵੀ ਡਿਸਕਲੇਮਰ ਇੱਕ ਜ਼ਰੂਰ ਬੋਲ ਕੇ ਕਹਿਣਾ ਕਿ ਸਾਡੀ ਇਹ ਜਾਣਕਾਰੀ ਦਾ ਜਿਹੜਾ ਸੋਰਸ ਹੈ ਉਹ ਸਾਡਾ ਆਪਣਾ 17 ਸਾਲ ਦਾ ਤਜਰਬਾ ਹੈ। ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਬਹੁਤ ਸਾਰਾ ਇਸ ਟਰਕਿੰਗ ਦੇ ਵਿੱਚ ਵਿਚਰਨ ਕਰਕੇ, ਬੀਇੰਗ ਏ ਟਰੱਕਰ, ਬੀਇੰਗ ਏ ਕੰਪਨੀ ਓਨਰ, ਬੀਇੰਗ ਏ ਬ੍ਰੋਕਰ, ਬੀਇੰਗ ਏ ਏਜੰਟ, ਰਜਿਸਟ੍ਰੇਸ਼ਨ ਏਜੰਟ ਔਰ ਸੌਫਟਵੇਅਰ ਪ੍ਰੋਵਾਈਡਰ, ਕਾਫੀ ਏਰੀਆਜ਼ ਦੇ ਵਿੱਚ ਕਮਾਂਡ ਹੋਣ ਕਾਰਨ ਸਾਡਾ ਜਿੰਨਾ ਵੀ ਹੁਣ ਤੱਕ ਐਕਸਪੀਰੀਅੰਸ ਜਿਹੜਾ ਆ ਉਹਨੂੰ ਅਸੀਂ ਤੁਹਾਡੇ ਨਾਲ ਵਕਤ ਦੇ ਉੱਤੇ ਸ਼ੇਅਰ ਕਰਦੇ ਰਹਿੰਦੇ ਹਾਂ, ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ, ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਨਵੀਂ ਜਾਣਕਾਰੀ ਹੈ ਉਹ ਮੁਹੱਈਆ ਕਰਵਾਈ ਜਾ ਸਕੇ। ਸਾਡਾ ਕੋਈ ਵੀ ਸਾਡੇ ਵੱਲੋਂ ਕੀਤੀ ਜਿਹੜੀ ਦਿੱਤੀ ਜਾਣਕਾਰੀ ਹੈ, ਇਹਨੂੰ ਸਾਡੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਕਦੀ ਵੀ ਕਿਸੇ ਵੀ ਤਰ੍ਹਾਂ ਤੁਸੀਂ ਕੋਰਟ ਵਿੱਚ ਬਤੌਰ ਗਵਾਹੀ ਜਾਂ ਬਤੌਰ ਐਵੀਡੈਂਸ ਨਹੀਂ ਪੇਸ਼ ਕਰ ਸਕਦੇ। ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਇਹ ਹੈ ਇੰਪਲੋਇਰ ਪੁੱਲ ਨੋਟਿਸ। ਇੰਪਲੋਇਰ ਪੁੱਲ ਨੋਟਿਸ ਜਿਹੜਾ ਹੈ ਉਹ ਇਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਵਰਤੀ ਜਾਣ ਵਾਲੀ ਟਰਮ ਹੈ। ਇਹ ਪਰਮਿਟ ਜਿਹੜਾ ਹੈ ਸਾਡੇ ਇਕੱਲੇ ਕੈਲੀਫੋਰਨੀਆ ਬੇਸਡ ਕੰਪਨੀਆਂ, ਜੇਕਰ ਉਹ ਕੈਲੀਫੋਰਨੀਆ ਵਿੱਚ ਹਨ ਜਾਂ ਉਹਨਾਂ ਦਾ ਟਰਮੀਨਲ ਕੈਲੀਫੋਰਨੀਆ ਵਿੱਚ ਹੈ, ਅਗਰ ਓਹਾਇਓ ਦੀ ਕੰਪਨੀ ਆਪਣਾ ਟਰਮੀਨਲ ਕੈਲੀਫੋਰਨੀਆ ਵਿੱਚ ਰੱਖਦੀ ਹੈ ਤਾਂ ਉਹਨਾਂ ਨੂੰ ਵੀ ਇੰਪਲੋਇਰ ਪੁੱਲ ਨੋਟਿਸ ਜਿਹੜਾ ਹੈ ਉਹਦੇ ਵਿੱਚ ਦੀ ਲੰਘਣਾ ਪੈਂਦਾ। ਸਭ ਤੋਂ ਪਹਿਲਾਂ ਮੈਂ ਬੜੇ ਤਫਸੀਲ ਦੇ ਨਾਲ ਦੱਸਾਂਗਾ ਕਿ ਇੰਪਲੋਇਰ ਪੁੱਲ ਨੋਟਿਸ ਹੁੰਦਾ ਕੀ ਹੈ, ਇੰਪਲੋਇਰ ਪੁੱਲ ਨੋਟਿਸ ਦੀ ਜ਼ਰੂਰਤ ਕਿਉਂ, ਔਰ ਇੰਪਲੋਇਰ ਪੁੱਲ ਨੋਟਿਸ ਨਾ ਹੋਣ ਦੀ ਸੂਰਤ ਵਿੱਚ ਜੇਕਰ ਆਡਿਟ ਨੂੰ ਪਿੱਛੇ ਵੀ ਕਰ ਲਿਆ ਜਾਵੇ ਤਾਂ ਟਰੱਕਰ ਨੂੰ ਕੀ ਨੁਕਸਾਨ ਹੈ, ਬੀਇੰਗ ਏ ਕੰਪਨੀ ਓਨਰ ਤੁਹਾਨੂੰ ਕੀ ਨੁਕਸਾਨ ਹੈ। ਕਿਉਂਕਿ ਜਦੋਂ ਵੀ ਕੋਈ ਪਰਮਿਟ, ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਨਵਾਂ ਕਾਨੂੰਨ ਸਟੇਟ ਵੱਲੋਂ, DMV ਵੱਲੋਂ ਜਾਂ ਫੈਡਰਲ ਮੋਟਰ ਕੈਰੀਅਰ ਵੱਲੋਂ ਤੁਹਾਡੇ ਸਾਹਮਣੇ ਲੈ ਕੇ ਆਇਆ ਜਾਂਦਾ ਹੈ ਤਾਂ ਉਹਦੇ ਵਿੱਚ ਕੋਈ ਕਦੇ ਵੀ ਭਾਵਨਾਵਾਂ ਦੀ ਗਲਤ ਨਹੀਂ ਹੁੰਦੀਆਂ। ਉਹਦੇ ਵਿੱਚ ਮੇਨ ਮਕਸਦ ਕੀ ਹੁੰਦਾ ਹੈ ਕਿ ਟਰੱਕਰ ਦਾ ਕਿਸੇ ਨਾ ਕਿਸੇ ਤਰ੍ਹਾਂ ਬੈਨੀਫਿਟ ਹੋ ਸਕੇ। ਅਕਸਰ ਸਾਨੂੰ ਜਦੋਂ ਉਹਨਾਂ ਮੁਸ਼ਕਲਾਂ ਵਿੱਚ ਦੀ ਜਾਂ ਉਹਨਾਂ ਪਰਮਿਟ ਦੇ ਸਿਸਟਮ ਵਿੱਚ ਲੰਘਣਾ ਪੈਂਦਾ ਤਾਂ ਸਾਨੂੰ ਤਕਲੀਫ ਜ਼ਰੂਰ ਹੁੰਦੀ ਹੈ, ਸਾਨੂੰ ਮੁਸ਼ਕਲ ਜ਼ਰੂਰ ਲੱਗਦਾ ਹੈ, ਪਰ ਬੇਸ਼ੱਕ ਉਹ ਬਿਟ ਇੰਸਪੈਕਸ਼ਨ ਹੋਵੇ, ਬੇਸ਼ੱਕ ਉਹ ਐਨੂਅਲ ਇੰਸਪੈਕਸ਼ਨ ਹੋਵੇ, ਬੇਸ਼ੱਕ ਉਹ ਲੌਗ ਬੁੱਕ ਹੋਵੇ ਤੇ ਬੇਸ਼ੱਕ ਉਹ ਇੰਪਲੋਇਰ ਪੁੱਲ ਨੋਟਿਸ ਹੋਵੇ, ਅਲਟੀਮੇਟਲੀ ਇਹਨਾਂ ਦੇ ਬੈਨੀਫਿਟ ਜੋ ਹਨ ਉਹ ਟਰਕਿੰਗ ਭਾਈਚਾਰੇ ਨੂੰ ਹਨ, ਟਰਕਿੰਗ ਇੰਡਸਟਰੀ ਨੂੰ ਹਨ। ਸੋ ਜਿਹੜਾ ਅੱਜ ਦਾ ਸਾਡਾ ਇੰਪਲੋਇਰ ਪੁੱਲ ਨੋਟਿਸ ਹੈ ਉਹ ਕੇਵਲ ਤੇ ਕੇਵਲ ਕੈਲੀਫੋਰਨੀਆ ਦੇ ਜਿਹੜੇ ਟਰੱਕਰ ਹਨ ਉਹਨਾਂ ਵਾਸਤੇ ਜ਼ਰੂਰੀ ਹੈ। ਇੰਪਲੋਇਰ ਪੁੱਲ ਨੋਟਿਸ ਹੁੰਦਾ ਕੀ ਹੈ? ਜਿਵੇਂ ਕਿ ਨਾਂ ਤੋਂ ਹੀ ਕਾਫੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੰਪਲੋਇਰ ਪੁੱਲ ਨੋਟਿਸ, ਇੰਪਲੋਇਰ ਤੋਂ ਭਾਵ ਕੰਪਨੀ ਓਨਰ ਜਿਹੜੀ ਕਿਸੇ EMPLOYEE ਨੂੰ ਹਾਇਰ ਕਰਦੀ ਹੈ, ਉਹ EMPLOYER। ਪੁੱਲ ਮਤਲਬ ਕਿ ਡਰਾਈਵਰ ਜਦੋਂ ਕਿਸੇ ਵੀ ਸਕੇਲ ਦੇ ਉੱਤੇ ਜਾਂ ਰੋਡ ਦੇ ਉੱਤੇ
ਪੁਲਿਸ ਵੱਲੋਂ ਜਾਂ ਕਿਸੇ ਸਟੇਟ ਏਜੰਸੀ ਵੱਲੋਂ ਜਾਂ ਕਿਸੇ ਹਾਈਵੇ ਏਜੰਸੀ ਵੱਲੋਂ ਜਾਂ ਕਿਸੇ ਫੈਡਰਲ ਦੀ ਏਜੰਸੀ ਵੱਲੋਂ ਜਦੋਂ ਉਹਨੂੰ ਪੁੱਲ ਕੀਤਾ ਜਾਂਦਾ, ਉਹਦਾ ਰੈਕਡ ਪੁੱਲ ਕੀਤਾ ਜਾਂਦਾ, ਉਹਨੂੰ ਸੜਕ ਤੇ ਖੜਾ ਕੇ ਉਹਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ, ਤਾਂ ਉਹ ਪੁੱਲ ਲਫ਼ਜ਼ ਉੱਥੋਂ ਨਿਕਲਿਆ। ਨੋਟਿਸ ਤੋਂ ਭਾਵ ਹੈ ਕਿ ਉਹ ਪੁੱਲ ਕਰਨ ਦਾ ਨੋਟਿਸ ਜਦੋਂ EMPLOYER ਤੱਕ ਪਹੁੰਚਦਾ ਤਾਂ ਉਸ ਸਾਰੇ ਤਾਣੇ ਬਾਣੇ ਨੂੰ, ਉਸ ਸਾਰੇ ਸਿਸਟਮ ਨੂੰ, ਉਸ ਸਾਰੇ ਪਰਮਿਟ ਨੂੰ, ਉਸ ਸਾਰੇ ਪ੍ਰੋਗਰਾਮ ਨੂੰ EMPLOYER ਪੁੱਲ ਨੋਟਿਸ ਕਿਹਾ ਜਾਂਦਾ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ EMPLOYER ਪੁੱਲ ਨੋਟਿਸ 101% ਕਿਸੇ ਵੀ EMPLOYER ਲਈ ਜਾਂ ਕਿਸੇ ਵੀ ਟਰੱਕਿੰਗ ਕੰਪਨੀ ਲਈ ਇੱਕ ਬਹੁਤ ਹੀ ਅਹਿਮ ਡਾਕੂਮੈਂਟ ਹੈ ਜਾਂ ਬਹੁਤ ਹੀ ਅਹਿਮ ਪਰਮਿਟ ਹੈ। ਇਸ ਨੂੰ ਲੈਣਾ ਕਿਵੇਂ? ਦੋ ਤਰ੍ਹਾਂ ਇਹਨੂੰ ਲੈਣ ਦਾ ਤਰੀਕਾ ਹੈ। ਇੱਕ, ਫਾਰਮ ਭਰ ਕੇ ਮੈਨੂਅਲੀ ਤੁਸੀਂ DMV ਨੂੰ ਸੈਂਡ ਕਰ ਸਕਦੇ ਹੋ, ਔਰ ਦੂਸਰਾ ਆਨਲਾਈਨ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਆਨਲਾਈਨ ਕਰਨਾ ਤਾਂ DMV ਦੀ ਵੈਬਸਾਈਟ ਤੇ ਜਾ ਕੇ EMPLOYER ਪੁੱਲ ਨੋਟਿਸ ਨੂੰ ਪੁੱਲ ਕਰਕੇ ਉਹਦੇ ਉੱਤੇ ਤੁਸੀਂ EMPLOYER ਪੁੱਲ ਨੋਟਿਸ ਜਿਹੜਾ ਅਪਲਾਈ ਕਰਨਾ ਹੁੰਦਾ, ਤੁਹਾਨੂੰ DMV ਈਮੇਲ ਭੇਜਦੀ ਆ, ਉਸ ਈਮੇਲ 'ਚ ਲਿੰਕ ਆਉਂਦਾ ਜਿਹਦੇ ਵਿੱਚ ਜਾ ਕੇ ਤੁਸੀਂ EMPLOYER ਪੁੱਲ ਨੋਟਿਸ ਅਪਲਾਈ ਕਰਦੇ ਹੋ। ਕੁਝ ਦਿਨਾਂ ਬਾਅਦ ਤੁਹਾਨੂੰ EMPLOYER ਪੁੱਲ ਨੋਟਿਸ ਜਿਹੜਾ, ਜਿਹਨੂੰ ਅਸੀਂ ਪੁੱਲ ਨੋਟਿਸ ਕੰਟਰੈਕਟ ਕਹਿੰਦੇ ਆ, ਉਹ 5 ਅੱਖਰ ਦਾ ਜਨਰਲੀ ਇੱਕ ਨੰਬਰ ਹੁੰਦਾ, ਉਹ ਤੁਹਾਡਾ ਰੈਕਗਨਾਈਜ਼ ਕਰਦਾ ਤੁਹਾਡੇ ਕੰਟਰੈਕਟ ਨੂੰ, ਜਿਹਦੇ ਵਿੱਚ ਪਹਿਲੇ 2 ਲੈਟਰ ਔਰ ਲਾਸਟ ਵਿੱਚ 3 ਜਿਹੜੇ ਆ ਉਹ ਨੰਬਰਸ ਹੁੰਦੇ ਆ, ਜਿਵੇਂ MQ 513 ਜਾਂ JS 145, ਇਸ ਤਰ੍ਹਾਂ ਇੱਕ ਪੁੱਲ ਨੋਟਿਸ ਕੰਟਰੈਕਟ ਹੁੰਦਾ। ਪੁੱਲ ਨੋਟਿਸ ਕੰਟਰੈਕਟ ਲੈਣ ਲੱਗਿਆ ਬੇਸ਼ੱਕ ਉਹ 1100 ਫਾਰਮ ਅਸੀਂ ਭਰਦੇ ਹਾਂ ਜਾਂ 1104 ਫਾਰਮ ਭਰਦੇ ਹਾਂ। 1104 ਜਿਹੜਾ ਫਾਰਮ ਹੈ ਉਹ ਪੁੱਲ ਨੋਟਿਸ ਕੰਟਰੈਕਟ ਦੀ ਐਪਲੀਕੇਸ਼ਨ ਹੁੰਦਾ, ਜਿਹਦੇ ਵਿੱਚ ਇੱਕ ਡਰਾਈਵਰ ਤੱਕ ਦਾ ਤੁਸੀਂ ਬੇਰੋ ਤੁਸੀਂ ਪਾ ਸਕਦੇ ਹੋ। ਅਗਰ ਇੱਕ ਤੋਂ ਵੱਧ ਡਰਾਈਵਰ ਤੇ ਤੁਹਾਨੂੰ 1100 ਫਾਰਮ ਜਿਹੜਾ ਉਹ ਯੂਜ਼ ਕਰਨਾ ਪੈਂਦਾ। ਜੇਕਰ ਤੁਸੀਂ 10 ਡਰਾਈਵਰ ਆਪਣੇ ਐਡ ਕਰਾਉਂਦੇ ਹੋ ਤਾਂ $5 ਇੱਕ ਡਰਾਈਵਰ ਦੀ ਫੀਸ ਤੁਹਾਨੂੰ ਜਾਂ ਆਨਲਾਈਨ ਪੇ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਬਾਈ ਮੇਲ ਚੈੱਕ ਬਣਾ ਕੇ ਓਰੀਜਨਲ ਸਿਗਨੇਚਰ ਦੇ ਨਾਲ। ਇਹ ਗੱਲ ਯਾਦ ਰੱਖਣੀ ਹੈ ਕਿ ਜਿਹੜੇ ਸੱਜਣ EMPLOYER ਪੁੱਲ ਨੋਟਿਸ ਆਨਲਾਈਨ ਨਹੀਂ ਅਪਲਾਈ ਕਰਦੇ, ਉਹ 101% ਐਪਲੀਕੇਸ਼ਨ ਜਿਹੜੀ ਹੈ ਉਹਦੇ ਉੱਤੇ ਓਰੀਜਨਲ ਸਿਗਨੇਚਰ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਨਾਂ ਓਰੀਜਨਲ ਸਿਗਨੇਚਰ ਤੋਂ ਇਹ ਐਪਲੀਕੇਸ਼ਨ ਵਾਪਸ ਆ ਜਾਂਦੀ ਹੈ। ਔਰ ਹਰੇਕ ਡਰਾਈਵਰ ਦਾ $5 ਦੀ ਫੀਸ, ਜੇਕਰ ਤੁਹਾਡੇ 5 ਡਰਾਈਵਰ ਹਨ ਤੇ $25, ਜੇਕਰ 10 ਡਰਾਈਵਰ ਹਨ ਤੇ $50 ਦੀ ਫੀਸ। ਇਸ ਤੋਂ ਬਾਅਦ ਵੀ ਜਦੋਂ ਤੁਸੀਂ ਆਪਣੇ ਡਰਾਈਵਰ ਇੱਕ ਵਾਰ, ਉਦਾਹਰਨ ਦੇ ਤੌਰ ਤੇ ਅੱਜ ਕੰਪਨੀ ਦੇ ਕੋਲ 10 ਡਰਾਈਵਰ ਹਨ, ਤੁਸੀਂ ਪੁੱਲ ਨੋਟਿਸ ਕੰਟਰੈਕਟ ਦੇ ਅੰਦਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਕੁਆਲੀਫਾਈ ਕਰਵਾਉਂਦੇ ਹੋ ਜਾਂ ਇੰਜ ਕਹਿ ਲਓ ਕਿ ਤੁਸੀਂ ਉਹਦੇ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਵਾਉਂਦੇ ਹੋ, ਤਾਂ ਉਸ ਤੋਂ ਬਾਅਦ ਵਾਲੇ ਜਿੰਨੇ ਵੀ ਡਰਾਈਵਰ ਤੁਸੀਂ ਹਾਇਰ ਕਰਦੇ ਹੋ ਜਾਂ ਡਰਾਈਵਰ ਡਿਲੀਟ ਕਰਦੇ ਹੋ, ਮੈਂ ਖਾਸ ਤੌਰ ਤੇ ਟਰੱਕਰਸ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਬੜੀ ਜ਼ਰੂਰੀ ਗੱਲ ਹੈ ਕਿ ਜਦੋਂ ਡਰਾਈਵਰ ਨੂੰ ਤੁਸੀਂ ਫਾਇਰ ਕਰਦੇ ਹੋ ਜਾਂ ਡਰਾਈਵਰ ਤੁਹਾਨੂੰ ਛੱਡ ਕੇ ਜਾਂਦਾ ਹੈ ਜਾਂ ਕਿਸੇ ਤਰ੍ਹਾਂ ਡਰਾਈਵਰ ਤੁਹਾਡਾ ਟਰਮੀਨੇਟ ਹੋ ਜਾਂਦਾ ਹੈ, ਤਾਂ ਉਹਨੂੰ ਪੁੱਲ ਨੋਟਿਸ ਕੰਟਰੈਕਟ ਦੇ ਵਿੱਚੋਂ, ਉਹਨੂੰ ਆਪਣੇ EMPLOYER ਪੁੱਲ ਨੋਟਿਸ ਦੇ ਵਿੱਚੋਂ ਡਿਲੀਟ ਕਰਵਾਉਣਾ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਨਹੀਂ ਤਾਂ ਜਦੋਂ ਤੁਹਾਡਾ ਆਡਿਟ ਹੁੰਦਾ ਹੈ ਤਾਂ ਦਾ ਪੁਲਿਸ ਆਫਿਸਰ ਦੇ ਕੋਲ ਇਹ ਹੱਕ ਹੈ ਕਿ ਉਹ ਤੁਹਾਡੇ ਸਾਰੇ ਡਰਾਈਵਰ ਦਾ ਰੈਕਡ ਤੁਹਾਡੇ ਕੋਲ ਮੰਗੇ। ਸੋ ਅਕਸਰ ਅਸੀਂ ਐਡ ਕਰਵਾਉਣ ਵਿੱਚ ਵੀ ਢਿੱਲ ਕਰਦੇ ਹਾਂ ਔਰ ਡਿਲੀਟ ਕਰਵਾਉਣ ਵਿੱਚ ਵੀ ਢਿੱਲ ਕਰਦੇ ਹਾਂ। ਸੋ ਐਡ ਕਰਵਾਉਣ ਵਿੱਚ ਕੁਝ ਸੱਜਣ ਜਿਹੜੇ ਹੈ ਉਹ ਆਪਣੀ ਜ਼ਿੰਮੇਵਾਰੀ ਸਮਝ ਲੈਂਦੇ ਆ, ਕਰਵਾ ਲੈਂਦੇ ਆ, ਪਰ ਡਿਲੀਟ ਦੇ ਮਾਮਲੇ ਦੇ ਵਿੱਚ ਮੇਰਾ ਜੋ ਜਾਤੀ ਐਕਸਪੀਰੀਅੰਸ ਹੈ, ਡਿਲੀਟ ਦੇ ਮਾਮਲੇ ਵਿੱਚ ਅਕਸਰ ਅਸੀਂ ਇਸ ਚੀਜ਼ ਨੂੰ ਬਹੁਤ ਇੰਪੋਰਟੈਂਸ ਨਹੀਂ ਦਿੰਦੇ, ਜਦਕਿ ਇਹ ਵੀ ਉਨੀ ਹੀ ਜ਼ਰੂਰੀ ਚੀਜ਼ ਹੈ ਕਿ ਜਿੰਨੀ ਜ਼ਰੂਰੀ ਡਰਾਈਵਰ ਨੂੰ ਐਡ ਕਰਵਾਉਣਾ ਹੈ, ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਉਸ ਡਰਾਈਵਰ ਨੂੰ ਬਾਹਰ ਕੱਢਣਾ ਹੁੰਦਾ। ਜਦੋਂ ਡਰਾਈਵਰ ਕੰਪਨੀ ਨੂੰ ਛੱਡ ਕੇ ਜਾਂਦਾ ਤਾਂ EMPLOYER ਪੁੱਲ ਨੋਟਿਸ ਜਿਹੜਾ ਆ ਉਹ ਉਹਦੇ ਵਿੱਚੋਂ ਡਰਾਈਵਰ ਨੂੰ ਰਿਮੂਵ ਕਰਾਉਣਾ, ਬੇਸ਼ੱਕ ਤੁਸੀਂ ਆਨਲਾਈਨ ਜਾਇਆ ਕਰਵਾਉਂਦੇ ਹੋ ਜਾਂ ਤੁਸੀਂ ਉਹਨੂੰ ਫਾਰਮ ਭਰ ਕੇ ਭੇਜਦੇ ਹੋ, ਦੋਨਾਂ ਕੇਸਿਸ ਦੇ ਵਿੱਚ ਜੇਕਰ ਡਰਾਈਵਰ ਤੁਹਾਡਾ ਆਊਟ ਆਫ ਕੈਲੀਫੋਰਨੀਆ ਹੈ ਤਾਂ ਉਹਦੇ ਵਿੱਚ ਫਾਰਮ ਜਿਹੜਾ ਹੈ 1102 ਭਰਿਆ ਜਾਂਦਾ, ਜਿਹਦੇ ਵਿੱਚ ਡਰਾਈਵਰ ਦੇ ਸਾਰੀ
ਲਾਇਸੈਂਸ ਦੀ ਇਨਫੋਰਮੇਸ਼ਨ, ਉਹਦੀ ਡੇਟ ਆਫ ਬਰਥ ਔਰ ਉਹਦਾ ਨਾਂ, ਪਤਾ, ਸਾਰਾ ਕੁਝ, ਜਾਂ ਸਟੇਟ ਜਿਹੜੀ ਵਿੱਚ ਉਹਦਾ ਲਾਇਸੈਂਸ ਹੈ, ਉਹ ਸਾਰਾ ਇਨਫੋਰਮੇਸ਼ਨ ਭਰ ਕੇ ਔਰ $5 ਦਾ ਚੈੱਕ ਲਾ ਕੇ ਤੁਹਾਨੂੰ ਤੁਸੀਂ DMB ਨੂੰ ਭੇਜਣਾ ਹੁੰਦਾ। ਜਾਂ ਫਿਰ ਜਿਹੜੀ ਆਨਲਾਈਨ ਸਿਸਟਮ ਆ ਜਿਹਦੇ ਵਿੱਚ ਤੁਹਾਡਾ DMB ਦੇ ਪੋਰਟਲ ਦੇ ਉੱਤੇ ਤੁਹਾਡਾ ਅਕਾਊਂਟ ਸੈਟਅਪ ਹੋ ਜਾਂਦਾ, ਤੁਹਾਨੂੰ ਪਾਸਵਰਡ ਔਰ ਜਿਹੜਾ ਲੌਗਇਨ ID ਮਿਲ ਜਾਂਦੀ ਆ, ਉਹਦੇ ਨਾਲ ਜਾ ਕੇ ਵੀ ਤੁਸੀਂ ਐਮਪਲੋਇਰ ਪੁੱਲ ਨੋਟਿਸ ਅਪਲਾਈ ਵੀ ਕਰ ਸਕਦੇ ਹੋ, ਡਰਾਈਵਰਸ ਐਡ ਵੀ ਕਰ ਸਕਦੇ ਹੋ ਔਰ ਡਰਾਈਵਰ ਡਿਲੀਟ ਵੀ ਕਰ ਸਕਦੇ ਹੋ। ਐਮਪਲੋਇਰ ਪੁੱਲ ਨੋਟਿਸ ਦਾ ਬੈਨੀਫਿਟ ਕੀ ਹੈ? ਜਿਵੇਂ ਕਿ ਮੈਂ ਉਦਾਹਰਨ ਦੇ ਤੌਰ ਤੇ ਥੋੜੀ ਜਿਹੀ ਗੱਲ ਸਮਝਾਉਣ ਦੇ ਮਕਸਦ ਤੋਂ ਕਰਾਂ ਤਾਂ ਜਿਵੇਂ ਅਸੀਂ, ਮੈਂ ਥੋੜਾ ਜਿਹਾ ਇੱਥੇ ਕਿਸੇ ਕੰਮ ਵਾਸਤੇ ਰੁਕਾਂਗਾ ਕਿਉਂਕਿ ਮੇਰਾ ਲਾਈਵ ਜਿਹੜਾ ਹੈ ਮੈਨੂੰ ਲੱਗਦਾ ਉਹ ਪ੍ਰਾਈਵੇਸੀ ਵਜੋਂ ਉਹਨੂੰ ਸ਼ਾਇਦ ਇਕੱਲੇ ਫਰੈਂਡਸ ਦੇ ਵਿੱਚ ਉਹ ਜਾ ਰਿਹਾ, ਮੈਂ ਇਹਨੂੰ ਥੋੜਾ ਜਿਹਾ ਪਬਲਿਕ ਵਾਸਤੇ ਜ਼ਰੂਰ ਕਰ ਦਿਆਂ ਓਪਨ। ਜੀ, ਇਸ ਤੋਂ ਬਾਅਦ ਜਿਹੜਾ ਪੁੱਲ ਨੋਟਿਸ, ਸ਼ੁਕਰੀਆ ਚਾਲ ਸਾਹਿਬ, ਤੁਸੀਂ ਹਮੇਸ਼ਾ ਹੀ ਸਾਨੂੰ ਬੜਾ ਇਨਕਰੇਜ ਕਰਦੇ ਹੋ ਇਸ ਚੀਜ਼ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਦੋਂ ਪੁੱਲ ਨੋਟਿਸ ਦਾ ਬੈਨੀਫਿਟ ਕੀ ਹੈ, ਸੋ ਇਹ ਗੱਲ ਬੜੀ ਧਿਆਨ ਦੇ ਨਾਲ ਔਰ ਬੜੀ ਹੀ ਜ਼ਰੂਰੀ ਸਮਝਣ ਵਾਲੀ ਹੈ ਕਿ ਅਗਰ ਮੈਂ ਥੋੜੀ ਜਿਹੀ ਉਦਾਹਰਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਾਂ ਤੇ ਜਿਵੇਂ ਡਰੱਗ ਟੈਸਟ ਦੇ ਵਿੱਚ ਰੈਂਡਮ ਡਰੱਗ ਟੈਸਟ ਜਿਹੜਾ ਆ ਉਹ ਡਰਾਈਵਰ ਨੂੰ ਕੰਮ ਕਰਦਿਆਂ ਉਹਦੇ ਉੱਤੇ ਇੱਕ ਤਲਵਾਰ ਲਟਕੀ ਰਹਿੰਦੀ ਹੈ, ਕਿਉਂਕਿ ਜਦੋਂ ਡਰਾਈਵਰ ਹਾਇਰ ਕਰਦੇ ਆ ਤਾਂ ਉਦੋਂ ਡਰੱਗ ਟੈਸਟ ਕਰਵਾ ਲਿਆ ਜਾਂਦਾ ਜਿਹਨੂੰ ਅਸੀਂ ਪ੍ਰੀ ਇੰਪਲੋਇਮੈਂਟ ਟੈਸਟ ਕਹਿੰਦੇ ਹਾਂ। ਪਰ ਜਦੋਂ ਡਰਾਈਵਰ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਬਕਾਇਦਾ ਤੇ ਉਸ ਤੋਂ ਬਾਅਦ ਅਗਰ ਡਰੱਗ ਕਰਦਾ ਹੈ ਤੇ ਉਹਨੂੰ ਚੈੱਕ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਹੈ ਉਹਨੂੰ ਅਸੀਂ ਰੈਂਡਮ ਪ੍ਰੋਗਰਾਮ ਕਹਿੰਦੇ ਹਾਂ। ਬਿਲਕੁਲ ਇਹਦੀ ਤਰਜ਼ ਦੇ ਉੱਤੇ, ਬਿਲਕੁਲ ਇਹਦੇ ਪੈਰਲਲ ਜਦੋਂ ਇੱਕ ਡਰਾਈਵਰ ਨੂੰ ਹਾਇਰ ਕੀਤਾ ਜਾਂਦਾ ਹੈ ਤਾਂ ਹਾਇਰ ਕਰਨ ਵਾਸਤੇ ਡਰਾਈਵਰ ਕੁਆਲੀਫਿਕੇਸ਼ਨ ਦੇ ਵਿੱਚ ਉਹਦੀ MBR ਰਿਪੋਰਟ ਕਿ ਉਹਦੇ ਕੋਲ ਕਿੰਨੀਆਂ ਸਾਈਟੇਸ਼ਨ ਹਨ, ਉਹਦੇ ਐਕਸੀਡੈਂਟ ਕਿੰਨੇ ਹਨ, ਉਹਦਾ ਹੋਰ ਰੈਕਡ ਕਿਵੇਂ, ਉਹਦਾ ਲਾਇਸੈਂਸ ਦੀ ਸਟੇਟਸ ਕੀ ਹੈ, ਉਹਦਾ ਲਾਇਸੈਂਸ ਐਕਟਿਵ ਹੈ, ਸਸਪੈਂਡ ਹੈ, ਕੰਡੀਸ਼ਨਲ ਹੈ। ਜਦੋਂ ਸਾਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਉਹਦੇ MBR ਦੇ ਵਿੱਚੋਂ ਪਤਾ ਲੱਗਦਾ ਹੈ ਤਾਂ ਬਿਲਕੁਲ ਉਸੇ ਤਰ੍ਹਾਂ ਰੈਂਡਮ ਪ੍ਰੋਗਰਾਮ ਵਾਂਗ ਜਿਹੜਾ ਐਮਪਲੋਇਰ ਪੁੱਲ ਨੋਟਿਸ ਹੈ ਉਹ ਡਰਾਈਵਰ ਦੇ ਉੱਤੇ ਇੱਕ ਨਜ਼ਰ ਰੱਖਣ ਦਾ ਢੰਗ ਹੈ। ਮੈਂ ਫਿਰ ਕਹਿ ਦਿਆਂ ਕਿ ਜਦੋਂ MBR ਰਿਪੋਰਟ ਅਸੀਂ ਪੁੱਲ ਕਰਕੇ ਡਰਾਈਵਰ ਨੂੰ ਹਾਇਰ ਕਰਦੇ ਹਾਂ ਤਾਂ ਡਰਾਈਵਰ ਨੇ ਹਾਇਰਿੰਗ ਡੇਟ ਤੱਕ ਕਿੰਨੀਆਂ ਸਾਈਟੇਸ਼ਨ ਲਈਆਂ ਜਾਂ ਉਹਦਾ ਰੈਕਡ ਕਿੰਨਾ ਕੁ ਮਾੜਾ ਜਾਂ ਕਿੰਨਾ ਕੁ ਚੰਗਾ ਹੈ, ਇਹ ਸਾਨੂੰ MBR ਰਿਪੋਰਟ ਤੋਂ ਪਤਾ ਲੱਗ ਜਾਂਦਾ ਹੈ। ਪਰ ਜਦੋਂ ਸਾਡੇ ਨਾਲ ਡਰਾਈਵਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ 1 ਸਾਲ ਤੱਕ ਅਸੀਂ ਉਹਦਾ ਕੋਈ ਰੈਕਡ ਚੈੱਕ ਨਹੀਂ ਕਰਦੇ। ਫੈਡਰਲ ਮੋਟਰ ਕੈਰੀਅਰ ਦੇ ਕਾਨੂੰਨ ਦੇ ਅਨੁਸਾਰ ਅਸੀਂ 1 ਸਾਲ ਬਾਅਦ ਜਾ ਕੇ ਉਹਦਾ ਐਨੂਅਲ ਰਿਵਿਊ ਲਿਖਣਾ ਹੁੰਦਾ ਜਦੋਂ ਅਸੀਂ ਉਹਦਾ ਦੁਬਾਰਾ MBR ਬਣਾਉਂਦੇ। ਪਰ 1 ਸਾਲ ਦੇ ਵਿੱਚ ਉਹ ਕਿੰਨੀਆਂ ਸਾਈਟੇਸ਼ਨ ਲੈ ਰਿਹਾ, ਉਹ ਕਿੰਨੀ ਵਾਰੀ ਪੁੱਲ ਹੋ ਰਿਹਾ, ਉਹ ਕਿੰਨੀਆਂ, ਉਹਦਾ ਲਾਇਸੈਂਸ ਸਸਪੈਂਡ ਹੋ ਰਿਹਾ, ਉਹਦਾ ਲਾਇਸੈਂਸ ਡਿਸਮਿਸ ਹੋ ਰਿਹਾ, ਉਹਦੇ ਲਾਇਸੈਂਸ ਤੇ ਕੋਈ ਕੰਡੀਸ਼ਨ ਲੱਗ ਰਹੀ ਹੈ, ਇਹਦੇ ਬਾਰੇ ਸਾਡੇ ਕੋਲ ਕਤਈ ਵੀ ਕਿਸੇ ਵੀ ਕਿਸਮ ਦੀ ਕੋਈ ਨੌਲੇਜ ਨਹੀਂ ਹੁੰਦੀ, ਨਾ ਹੀ ਕੋਈ ਐਸਾ ਢੰਗ ਹੈ। ਸੋ ਫੈਡਰਲ ਮੋਟਰ ਕੈਰੀਅਰ ਵੱਲੋਂ ਐਸਾ ਕੋਈ ਵੀ ਢੰਗ ਨਹੀਂ ਹੈ। ਸੋ ਫੈਡਰਲ ਮੋਟਰ ਕੈਰੀਅਰ ਦੇ ਮੈਂ ਇੰਜ ਕਹਿ ਲਵਾਂ ਕਿ ਸਿਸਟਮ ਦੇ ਵਿੱਚ ਇੱਕ ਬਹੁਤ ਵੱਡਾ ਫਲॉ ਹੈ ਕਿ 1 ਸਾਲ ਡਰਾਈਵਰ ਨੂੰ ਹਾਇਰ ਕਰਨ ਤੋਂ ਬਾਅਦ 1 ਸਾਲ ਤੱਕ ਉਹਦੀ ਕਿਸੇ ਵੀ ਤਰ੍ਹਾਂ ਨਾਲ ਨਿਗਰਾਨੀ ਜਿਹੜੀ ਹੈ ਉਹ ਨਹੀਂ ਰੱਖੀ ਜਾ ਸਕਦੀ। ਪਰ ਕੈਲੀਫੋਰਨੀਆ ਸਟੇਟ ਨੇ ਬੜਾ ਹੀ ਕਮਾਲ ਦਾ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਬਕਾਇਦਾ ਡਰਾਈਵਰ ਦੀ 1 ਸਾਲ ਦੀ ਨਿਗਰਾਨੀ ਰੱਖੀ ਜਾਂਦੀ ਹੈ। ਜਦੋਂ ਵੀ ਡਰਾਈਵਰ ਪੁੱਲ ਹੁੰਦਾ ਹੈ, ਬੇਸ਼ੱਕ ਉਹ 48 ਸਟੇਟ ਵਿੱਚੋਂ ਕਿਸੇ ਉੱਤੇ ਵੀ ਪੁੱਲ ਹੋਵੇ, ਜਦੋਂ ਉਹਨੇ ਪੁੱਲ ਹੋਣਾ ਹੈ ਉਹਨੂੰ ਸਾਈਟੇਸ਼ਨ ਮਿਲਣੀ ਹੈ ਜਾਂ ਉਹਦਾ ਐਕਸੀਡੈਂਟ ਹੋਣਾ, ਜਾਂ ਮੋٹے ਲਫ਼ਜ਼ਾਂ 'ਚ ਕਹਿ ਲਈਏ ਕਿ ਉਹਦੇ ਡਰਾਈਵਿੰਗ ਰੈਕਡ ਦੇ ਉੱਤੇ ਜਦੋਂ ਇੱਕ ਪੁਆਇੰਟ ਚੜ੍ਹਨਾ, ਜਾਂ ਦੂਜੇ ਪਾਸੇ 'ਚ ਕਹਿ ਲਈਏ ਕਿ ਇੱਕ ਪੁਆਇੰਟ ਘਟਣਾ, ਤੇ ਸਾਨੂੰ DMB ਤੋਂ ਉਸ ਡਰਾਈਵਰ ਦਾ ਰੈਕਡ ਬਕਾਇਦਾ ਮੇਲ ਹੁੰਦਾ ਹੈ। DMB ਦੀ ਥੋੜੀ ਜਿਹੀ ਫੀਸ ਹੁੰਦੀ ਉਹਦੇ ਵਿੱਚ। DMB ਤੁਹਾਨੂੰ ਜਦੋਂ ਉਹ ਰੈਕਡ ਭੇਜਦੀ ਆ ਤੇ ਨਾਲ ਹੀ ਤੁਹਾਨੂੰ ਬਿੱਲ ਵੀ ਭੇਜਦੀ ਆ। ਤੁਸੀਂ ਜੇਕਰ ਉਹ ਬਿੱਲ ਪੇ ਨਹੀਂ ਕਰਦੇ
ਤੇ ਉਹ ਤੁਹਾਡਾ EMPLOYER ਪੁੱਲ ਨੋਟਿਸ ਜਿਹੜਾ ਹੈ ਉਹ ਕੈਂਸਲ ਕਰ ਦਿੱਤਾ ਜਾਂਦਾ। ਮੇਰੇ ਕੱਲ ਹੀ ਕਲਾਇੰਟ, ਮੈਂ ਬਿਲਕੁਲ ਤੁਹਾਨੂੰ ਤਾਜ਼ੀ ਘਟਨਾ ਦੱਸ ਰਿਹਾ ਕਿ ਮੇਰੇ ਕੱਲ ਕਲਾਇੰਟ, ਉਹਨਾਂ ਦਾ ਮੰਡੇ ਆਡਿਟ ਹੈ, EMPLOYER ਪੁੱਲ ਨੋਟਿਸ ਦੀ ਸ਼ਾਇਦ $1 ਜਾਂ $2 ਦਾ ਸਿੰਪਲ ਬਿੱਲ, ਕਿਉਂਕਿ ਜਦੋਂ ਉਹਨਾਂ ਦਾ ਬਿੱਲ ਆਉਂਦਾ ਜਾਂ $1 ਹੁੰਦਾ ਜਾਂ $5 ਹੁੰਦਾ, ਬਹੁਤ ਛੋਟਾ ਬਿੱਲ ਹੁੰਦਾ, ਬਹੁਤ ਹੀ ਜ਼ਿਆਦਾ। ਅਕਸਰ ਅਸੀਂ ਉਹਨੂੰ ਇੰਨੀ ਛੋਟੀ ਰਕਮ ਹੋਣ ਕਰਕੇ ਇਗਨੋਰ ਕਰ ਦਿੰਦੇ ਹਾਂ, ਪਰ ਉਹ ਬੜੀ ਇੰਪੋਰਟੈਂਟ ਰਕਮ ਹੁੰਦੀ ਹੈ, ਕਿਉਂਕਿ ਤੁਹਾਨੂੰ ਜਦੋਂ ਉਹਦਾ ਰੈਕਡ DMB ਭੇਜਦੀ, ਆਪਣੀ ਡਿਊਟੀ ਸਮਝਦੀ ਹੈ, ਤਾਂ ਉਹਦੇ ਖਰਚੇ DMB ਦੇ ਆਉਂਦੇ ਆ। ਉਹਦਾ ਤੁਹਾਨੂੰ ਛੋਟਾ ਜਿਹਾ $1 ਜਾਂ $5 ਦਾ ਬਿੱਲ ਆਉਂਦਾ, ਔਰ ਜਦੋਂ ਉਹ ਬਿੱਲ ਆਉਂਦਾ ਤੇ ਉਹਨੂੰ ਭੇਜਣਾ ਤੁਹਾਡੀ ਬਹੁਤ ਵੱਡੀ ਡਿਊਟੀ ਹੈ। ਉਹਨਾਂ ਵੱਲੋਂ ਉਹ ਛੋਟੀ ਅਮਾਉਂਟ ਹੋਣ ਕਰਕੇ ਉਹਨੂੰ ਇਗਨੋਰ ਕਰ ਦਿੱਤਾ ਗਿਆ। ਸ਼ੁੱਕਰਵਾਰ ਦੁਪਹਿਰੇ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਉਹਨਾਂ ਦਾ EMPLOYER ਪੁੱਲ ਨੋਟਿਸ ਜਿਹੜਾ ਹੈ ਉਹ ਡਿਸਮਿਸ ਹੋ ਚੁੱਕਾ ਹੈ, ਸਸਪੈਂਡ ਵੀ ਨਹੀਂ, ਡਿਸਮਿਸ ਹੋ ਚੁੱਕਾ ਹੈ। ਸੋ ਉਹਨਾਂ ਦਾ ਮੰਡੇ ਆਡਿਟ ਹੈ, ਸੋ ਉਹ ਬੜੀ ਵੱਡੀ ਇੱਕ ਪ੍ਰੋਬਲਮ ਵਿੱਚ ਫਸੇ। ਸੋ ਉਹਦਾ ਕੀ ਆਲਟਰਨੇਟਿਵ ਹੈ, ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਚਾਹੁੰਦਾ ਇਸ ਵਕਤ। ਪਰ ਜਿਹੜਾ ਮੇਨ ਮਕਸਦ ਹੈ ਕਿ EMPLOYER ਪੁੱਲ ਨੋਟਿਸ ਜਿਹੜਾ ਆ ਉਹਨੂੰ ਦੇ ਉੱਤੇ ਧਿਆਨ ਰੱਖਣਾ ਔਰ ਉਹਦੇ ਕੀ ਬੈਨੀਫਿਟਸ ਆ, ਅਸੀਂ ਇਹਦੇ ਉੱਤੇ ਅੱਜ ਕਨਸੈਂਟਰੇਟ ਕਰਾਂਗੇ। ਅਗਲੀ ਗੱਲ ਕਿ EMPLOYER ਪੁੱਲ ਨੋਟਿਸ ਅਗਰ ਨਹੀਂ ਹੈ ਤੇ ਸਾਡਾ ਅਗਰ ਡਰਾਈਵਰ ਰੋਡ ਤੇ ਜਾਂਦਿਆਂ ਕਿਸੇ ਕਾਰਨ ਉਹਦਾ ਲਾਇਸੈਂਸ ਸਸਪੈਂਡ ਹੋ ਜਾਂਦਾ, ਉਹਦਾ ਮੈਡੀਕਲ ਕਾਰਡ ਅਪਡੇਟ ਨਹੀਂ ਹੁੰਦਾ, ਤਾਂ ਸਾਡੇ ਕੋਲ ਐਸਾ ਕੋਈ ਢੰਗ ਨਹੀਂ ਜਿਸ ਦੇ ਨਾਲ ਅਸੀਂ ਇਹ ਪਤਾ ਕਰ ਸਕੀਏ ਕਿ ਇਹਦਾ ਜਿਹੜਾ ਲਾਇਸੈਂਸ ਹੈ ਉਹ ਸਸਪੈਂਡ ਹੋ ਚੁੱਕਾ ਹੈ। ਸੋ ਜਿੰਨੇ ਵੀ ਮੇਰੇ ਟਰੱਕਰ ਵੀ ਹੈ, ਮੇਰੀ ਉਹਨਾਂ ਨੂੰ ਖਾਸ ਤੌਰ ਤੇ ਇਹ ਬੇਨਤੀ ਹੈ ਕਿ EMPLOYER ਪੁੱਲ ਨੋਟਿਸ ਦੇ ਮਾਮਲੇ ਦੇ ਵਿੱਚ ਅਗਰ ਤੁਸੀਂ ਆਪਣੀ ਟਰੱਕਿੰਗ ਕੰਪਨੀ ਨੂੰ ਸਮੂਥਲੀ ਰਨ ਕਰਨਾ ਚਾਹੁੰਦੇ ਹੋ, ਖਾਸ ਕਰਕੇ ਜਿਹੜੇ ਵੱਡੇ ਟਰੱਕਰਸ ਆ ਜਿਹਨਾਂ ਕੋਲ 10-10, 20-20, 50 ਜਾਂ 100 ਟਰੱਕ ਚੱਲਦਾ ਹੈ, ਉਹਨਾਂ ਵਾਸਤੇ EMPLOYER ਪੁੱਲ ਨੋਟਿਸ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰਾਉਣਾ ਔਰ ਉਹਨੂੰ ਵਾਚ ਕਰਨਾ ਔਰ ਸਮੇਂ-ਸਮੇਂ ਤੇ ਜਾ ਕੇ ਆਪਣੇ ਡਰਾਈਵਰਸ ਦਾ ਰੈਕਡ ਪੁੱਲ ਕਰਨਾ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਕੀ ਸੀ ਕਿ EMPLOYER ਪੁੱਲ ਨੋਟਿਸ ਦੀ ਜ਼ਰੂਰਤ ਕੀ ਹੈ। ਇਸ ਤੋਂ ਅਗਲੀ ਗੱਲ ਕਿ EMPLOYER ਪੁੱਲ ਨੋਟਿਸ ਕਿਹਨਾਂ ਲੋਕਾਂ ਨੂੰ ਚਾਹੀਦਾ। EMPLOYER ਪੁੱਲ ਨੋਟਿਸ ਸਿੰਗਲ ਓਨਰ ਆਪਰੇਟਰ ਨੂੰ ਰਿਕੁਆਇਰਡ ਨਹੀਂ ਹੈ। ਸੋ ਭਾਵ ਕੋਈ ਵੀ ਸਿੰਗਲ ਓਨਰ ਆਪਰੇਟਰ ਜਿਹੜਾ ਸੋਲ ਪ੍ਰੋਪਰਾਈਟਰ ਹੈ, ਮੈਂ ਫਿਰ ਦੁਬਾਰਾ ਦੁਹਰਾ ਦਿਆਂ ਕਿ ਜਿਹੜਾ ਸਿੰਗਲ ਓਨਰ ਆਪਰੇਟਰ, ਜਿਹੜਾ ਸੋਲ ਪ੍ਰੋਪਰਾਈਟਰ ਆ, ਆਪਣੇ ਨਾਂ ਦੇ ਉੱਤੇ DVA ਰੱਖ ਕੇ ਇੰਡੀਵਿਜੂਅਲ ਕੰਪਨੀ ਰਨ ਕਰਦਾ ਹੈ। ਕੋਈ ਮਿੱਟੀ ਵਾਲਾ ਟਰੱਕਰ ਹੋਵੇ ਜਾਂ ਬਾਹਰ ਨੂੰ ਚੱਲਣ ਵਾਲਾ ਜਿਹਦੇ ਕੋਲ ਆਪਣੇ ਪਰਸਨਲ ਨਾਂ ਦੇ ਉੱਤੇ ਸਾਰੀਆਂ ਅਥਾਰਟੀਜ਼ ਹਨ, ਅਗਰ ਉਹ ਆਪਣੀ ਕੰਪਨੀ ਰਨ ਕਰ ਰਿਹਾ ਤਾਂ ਜਦ ਤੱਕ ਉਹ ਇਕੱਲਾ ਡਰਾਈਵਰ ਹੈ, ਉਹਨੂੰ EMPLOYER ਪੁੱਲ ਨੋਟਿਸ ਵਿੱਚ ਇਨਰੋਲ ਕਰਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂ? ਕਿਉਂਕਿ ਇੱਕ ਬੰਦਾ ਉਹ ਖੁਦ ਓਨਰ ਹੋਣ ਕਰਕੇ ਉਹਨੂੰ ਪਤਾ ਹੈ ਕਿ ਉਹਨੂੰ ਕਦੋਂ ਟਿਕਟ ਮਿਲੀ ਹੈ, ਕਿਉਂਕਿ ਇਹ ਨਿਗਰਾਨੀ ਰੱਖਣ ਵਾਸਤੇ ਇੱਕ ਪ੍ਰੋਗਰਾਮ ਹੈ। ਸੋ ਇੱਕ ਬੰਦਾ ਆਪਣੀ ਨਿਗਰਾਨੀ ਕਿਉਂ ਕਰੇ। ਸੋ ਇਸ ਕਰਕੇ ਜਿਹੜੇ ਸਿੰਗਲ ਓਨਰ ਆਪਰੇਟਰ ਹਨ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚੋਂ ਉਹ ਐਗਜ਼ੈਂਪਟ ਹਨ, ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਪਾਰਟਨਰਸ਼ਿਪ, LLC, ਕਾਰਪੋਰੇਸ਼ਨ, LLC ਜਾਂ ਪਾਰਟਨਰਸ਼ਿਪ, ਬੇਸ਼ੱਕ ਤੁਸੀਂ ਇਕੱਲੇ ਹੀ ਉਹਨੂੰ ਚਲਾਉਂਦੇ ਹੋ। ਇਹ ਬੜੀ ਕਨਫਿਊਜ਼ਨ ਇੱਥੇ ਪੈਦਾ ਹੁੰਦੀ ਹੈ ਕਿ ਅਗਰ ਓਨਰ ਆਪਰੇਟਰ ਸੋਲ ਪ੍ਰੋਪਰਾਈਟਰ ਹੈ ਤਾਂ ਉਸ ਕੇਸ ਵਿੱਚ EMPLOYER ਪੁੱਲ ਨੋਟਿਸ ਦੀ ਜ਼ਰੂਰਤ ਨਹੀਂ ਹੈ। ਜੇਕਰ ਉਹਦੀ LLC ਹੈ ਜਾਂ ਉਹਦੀ ਪਾਰਟਨਰਸ਼ਿਪ ਹੈ ਜਾਂ ਉਹਦੀ ਕਾਰਪੋਰੇਸ਼ਨ ਹੈ ਤਾਂ ਉਸ ਕੇਸ ਵਿੱਚ ਬੇਸ਼ੱਕ ਉਹ ਇਕੱਲਾ ਹੀ ਮਾਲਕ ਹੋਵੇ, ਇਕੱਲਾ ਹੀ ਡਰਾਈਵਰ ਹੋਵੇ, ਪਰ ਉਹਨੂੰ EMPLOYER ਪੁੱਲ ਨੋਟਿਸ ਵਿੱਚ ਆਪਣੇ ਆਪ ਨੂੰ ਐਨਰੋਲ ਕਰਨ ਦੀ ਜ਼ਰੂਰਤ ਹੈ। ਕਾਰਨ ਕਿ ਪਾਰਟਨਰਸ਼ਿਪ ਦੇ ਅੰਦਰ, LLC ਦੇ ਅੰਦਰ ਔਰ ਕਾਰਪੋਰੇਸ਼ਨ ਦੇ ਅੰਦਰ ਤੁਸੀਂ ਮਾਲਕ ਨਹੀਂ ਹੁੰਦੇ, ਤੁਸੀਂ ਕੰਪਨੀ ਵਾਸਤੇ ਡਰਾਈਵਰ ਹੁੰਦੇ ਹੋ। ਉਸ ਕੇਸ ਵਿੱਚ ਪਾਰਟਨਰਸ਼ਿਪ ਜਾਂ LLC ਜਾਂ ਕਾਰਪੋਰੇਸ਼ਨ ਖੁਦ ਮਾਲਕ ਹੁੰਦੀ ਹੈ ਔਰ ਤੁਸੀਂ ਉਸ ਕੰਪਨੀ ਦੇ EMPLOYE ਹੁੰਦੇ ਹੋ। ਸੋ ਜਦੋਂ ਤੁਸੀਂ EMPLOYE ਹੋ ਤੇ ਤੁਹਾਡੀ ਕੰਪਨੀ EMPLOYER ਹੈ ਤੇ ਹੁਣ ਤੁਹਾਨੂੰ EMPLOYER ਪੁੱਲ ਨੋਟਿਸ ਦੀ ਜ਼ਰੂਰਤ ਹੈ। ਸਿਮਿਲਰਲੀ ਸਿੰਗਲ ਓਨਰ ਆਪਰੇਟਰ ਦੇ ਮਾਮਲੇ 'ਚ ਅਗਰ ਉਹਦੀ ਕੰਪਨੀ ਵਿੱਚ ਉਹ ਖੁਦ ਡਰਾਈਵਰ ਹੈ, ਇੰਡੀਵਿਜੂਅਲ ਕੰਪਨੀ ਹੈ, ਉਹ ਖੁਦ ਮਾਲਕ ਹੈ, ਖੁਦ ਹੀ ਡਰਾਈਵ ਕਰ ਰਿਹਾ,
ਸਿੰਗਲ ਓਨਰ ਆਪਰੇਟਰ ਹੈ, ਉਸ ਕੇਸ ਵਿੱਚ ਉਹਨੂੰ ਜ਼ਰੂਰਤ ਨਹੀਂ। ਪਰ ਜੇਕਰ ਉਹ ਆਪਣੇ ਨਾਲ ਟੀਮ ਡਰਾਈਵਰ ਚਲਾਉਂਦਾ ਹੈ ਜਾਂ ਇੱਕ ਹੋਰ ਟਰੱਕ ਪਾ ਕੇ ਉਹ ਆਪਣਾ ਇੱਕ ਟਰੱਕ ਹੋਰ ਕਿਸੇ ਅਲੱਗ ਡਰਾਈਵਰ ਕੋਲੋਂ ਟਰੱਕ ਚਲਵਾਉਂਦਾ ਹੈ, ਤਾਂ ਉਸ ਕੇਸ ਵਿੱਚ ਉਹ ਬੇਸ਼ੱਕ ਇੰਡੀਵਿਜੂਅਲ ਹੈ ਪਰ ਉਹ ਇੰਪਲੋਇਰ ਹੈ। ਹੁਣ ਉਹਦੇ ਕੋਲ ਇੱਕ ਇੰਪਲੋਈ ਹੈ। ਜਦੋਂ ਤੁਹਾਡੇ ਕੋਲ ਇੰਪਲੋਈ ਹੈ ਤਾਂ ਫਿਰ ਤੁਹਾਡੇ ਲਈ ਇੰਪਲੋਇਰ ਪੁੱਲ ਨੋਟਿਸ ਵਿੱਚ ਆਪਣੇ ਆਪ ਨੂੰ ਐਨਰੋਲ ਕਰਾਉਣਾ ਬਹੁਤ ਜ਼ਰੂਰੀ ਹੈ। ਸੋ ਫਿਰ ਤੋਂ ਸੋਲ ਪ੍ਰੋਪਰਾਈਟਰ ਜਾਂ ਇੰਡੀਵਿਜੂਅਲ ਕੰਪਨੀ ਜਿਹਦੇ ਇਕੱਲਾ ਮਾਲਕ ਹੈ, ਇਕੱਲਾ ਹੀ ਡਰਾਈਵ ਕਰ ਲਿਆ, ਸਿੰਗਲ ਓਨਰ ਆਪਰੇਟਰ, ਉਸ ਕੇਸ ਦੇ ਵਿੱਚ ਇੰਪਲੋਇਰ ਪੁੱਲ ਨੋਟਿਸ ਕੈਲੀਫੋਰਨੀਆ ਵਿੱਚ ਜ਼ਰੂਰਤ ਨਹੀਂ ਹੈ। ਜੇਕਰ LLC, ਕਾਰਪੋਰੇਸ਼ਨ ਜਾਂ ਪਾਰਟਨਰਸ਼ਿਪ ਜਾਂ ਸਿੰਗਲ ਓਨਰ ਆਪਰੇਟਰ ਦੇ ਨਾਲ ਡਰਾਈਵਰ ਹਾਇਰ ਹੁੰਦਾ ਹੈ, ਉਸ ਕੇਸ ਦੇ ਵਿੱਚ ਕਾਰਪੋਰੇਸ਼ਨ, LLC, ਪਾਰਟਨਰਸ਼ਿਪ ਵਿੱਚ ਬੇਸ਼ੱਕ ਉਹ ਇਕੱਲਾ ਹੀ ਚਲਾਉਂਦਾ ਹੋਵੇ ਤਾਂ ਵੀ ਇੰਪਲੋਇਰ ਪੁੱਲ ਨੋਟਿਸ ਦੀ ਜ਼ਰੂਰਤ ਹੈ। ਅਗਰ ਸੋਲ ਪ੍ਰੋਪਰਾਈਟਰ ਵਿੱਚ ਉਹਦੇ ਨਾਲ ਦੂਜਾ ਡਰਾਈਵਰ ਹੈ ਤਾਂ ਫਿਰ ਉਹਨੂੰ ਜਿਹੜੀ ਹੈ ਇੰਪਲੋਇਰ ਪੁੱਲ ਨੋਟਿਸ ਵਿੱਚ ਐਨਰੋਲ ਕਰਾਉਣਾ ਉਹ ਬੜਾ ਜ਼ਰੂਰੀ ਹੈ। ਸੋ ਤਾਂ ਕਿ ਤੁਹਾਨੂੰ ਜਿਹੜਾ ਤੁਹਾਡੇ ਡਰਾਈਵਰ ਦੇ ਉੱਤੇ ਨਿਗਰਾਨੀ ਰੱਖੀ ਜਾ ਸਕੇ। ਇਹ ਤਾਂ ਸੀ ਕੰਪਨੀ ਨੂੰ ਬੈਨੀਫਿਟ। ਇਸ ਤੋਂ ਇਲਾਵਾ ਕੈਲੀਫੋਰਨੀਆ ਸਟੇਟ ਵਿੱਚ ਜਿਹੜਾ ਮੋਟਰ ਕੈਰੀਅਰ ਪਰਮਿਟ, ਜਿਹਨੂੰ ਅਸੀਂ CA ਪਰਮਿਟ ਵੀ ਕਹਿੰਦੇ ਹਾਂ, ਜਿਹਦੀ $250 ਫੀਸ ਹੁੰਦੀ ਹੈ, ਉਹ ਪਰਮਿਟ ਜਿਹਦੇ ਵਿੱਚ ਤੁਸੀਂ ਕੈਲੀਫੋਰਨੀਆ ਜੋ ਲੋਡ ਚੱਕ ਕੇ ਕੈਲੀਫੋਰਨੀਆ ਵਿੱਚ ਲਾਉਣਾ, ਜਾਂ ਕਹਿ ਲਓ ਕਿ ਜਿਹਦੇ ਵਿੱਚ ਤੁਸੀਂ ਇੰਟਰਾ ਸਟੇਟ ਆਪਰੇਸ਼ਨ ਕਰਨਾ ਹੁੰਦਾ, ਉਸ ਮੋਟਰ ਕੈਰੀਅਰ ਪਰਮਿਟ ਵਾਸਤੇ ਜੇਕਰ ਤੁਸੀਂ ਪਾਰਟਨਰਸ਼ਿਪ ਹੋ, ਜੇਕਰ ਤੁਸੀਂ ਸੋਲ ਕਾਰਪੋਰੇਸ਼ਨ ਹੋ ਜਾਂ LLC ਹੋ ਜਾਂ ਸੋਲ ਪ੍ਰੋਪਰਾਈਟਰ ਤੁਹਾਡੇ ਕੋਲ ਕੋਈ ਡਰਾਈਵਰ ਹੈ, ਜਿਹਨਾਂ ਕੇਸਾਂ ਵਿੱਚ ਇੰਪਲੋਇਰ ਪੁੱਲ ਨੋਟਿਸ ਦੀ ਜ਼ਰੂਰਤ ਹੈ, ਉਸ ਕੇਸ ਵਿੱਚ ਮੋਟਰ ਕੈਰੀਅਰ ਪਰਮਿਟ ਜਿਹੜਾ ਹੈ ਉਹ ਤਦ ਤੱਕ ਇਸ਼ੂ ਨਹੀਂ ਹੋ ਸਕਦਾ ਜਦ ਤੱਕ ਤੁਹਾਡੇ ਕੋਲ ਇੰਪਲੋਇਰ ਪੁੱਲ ਨੋਟਿਸ ਕੰਟਰੈਕਟ ਨਾ ਹੋ। ਸੋ ਕੰਪਨੀ ਨੂੰ ਆਡਿਟ ਪੁਆਇੰਟ ਆਫ View ਨਾਲ ਵੀ ਚਾਹੀਦਾ, ਕੰਪਨੀ ਨੂੰ ਆਪਣੇ ਡਰਾਈਵਰਸ ਦੀ ਨਿਗਰਾਨੀ ਕਰਨ ਵਾਸਤੇ ਵੀ ਇੰਪਲੋਇਰ ਪੁੱਲ ਨੋਟਿਸ ਚਾਹੀਦਾ, ਤੇ ਉਸ ਤੋਂ ਵੀ ਵੱਡੀ ਗੱਲ ਕਿ ਜੇਕਰ ਤੁਹਾਡਾ ਆਪਰੇਸ਼ਨ ਇੰਟਰਾ ਸਟੇਟ ਹੈ, ਬੇਸ਼ੱਕ ਤੁਸੀਂ ਇੰਟਰ ਸਟੇਟ ਕੈਰੀਅਰ ਹੀ ਹੋਵੋ, ਮੈਂ ਅੱਗੇ ਵੀ ਕਈ ਵਾਰ ਕਹਿੰਦਾ ਕਿ ਬਹੁਤ ਵਾਰੀ ਜਦੋਂ ਇੰਟਰ ਸਟੇਟ ਕੈਰੀਅਰ ਤੁਸੀਂ ਹੁੰਦੇ ਹੋ, ਖਾਸ ਕਰਕੇ ਜੋ ਤੁਸੀਂ ਇੱਥੋਂ ਓਹਾਇਓ ਨੂੰ ਜਾਂ ਇਧਰੋਂ ਸਿਆਟਲ ਨੂੰ ਜਾਂ ਟੈਕਸਸ ਨੂੰ ਜਾਂ ਫਲੋਰੀਡਾ ਨੂੰ ਚੱਲਦੇ ਹੋ, ਵਿੱਚ ਯੂਟਾ ਨੂੰ ਜਾਂਦੇ ਹੋ, ਅਗਰ ਤੁਸੀਂ ਇੰਟਰ ਸਟੇਟ ਜਾਂਦੇ ਹੋ, ਕਿਸੇ ਹੋਰ ਦੂਜੀ ਸਟੇਟ ਵਿੱਚ ਜਾਂਦੇ ਹੋ, ਤਾਂ ਬਹੁਤ ਵਾਰੀ ਤੁਹਾਨੂੰ ਇੰਟਰਾ ਸਟੇਟ ਲੋਡ ਚੱਕਣ ਦੀ ਜ਼ਰੂਰਤ ਪੈ ਜਾਂਦੀ ਹੈ। ਕਿਉਂਕਿ ਜੇਕਰ ਇੱਕ ਆਦਮੀ ਇੰਟਰ ਸਟੇਟ ਚੱਲਦਾ ਹੈ, ਇੰਟਰ ਸਟੇਟ ਮੰਨ ਲਓ ਉਹ ਇੱਥੋਂ ਚੱਲ ਕੇ ਯੂਟਾ ਜਾਂਦਾ ਹੈ ਜਾਂ ਉਹ ਸਿਆਟਲ ਜਾਂਦਾ ਹੈ, ਪਰ ਜੇਕਰ ਉਹ LA ਲੋਡ ਲਾਉਂਦਾ, LA ਤੋਂ ਵਾਪਸ ਉਹਨੇ ਸਟਾਕਟਨ ਆਪਣੇ ਘਰ ਆਉਣਾ ਜਾਂ ਸੈਕਰਾਮੈਂਟੋ ਆਪਣੇ ਘਰ ਆਉਣਾ, ਤਾਂ ਉਹ ਖਾਲੀ ਨਹੀਂ ਆ ਸਕਦਾ, ਉਹ ਬਕਾਇਦਾ 1000-1200 ਦਾ 1500 ਦਾ ਲੋਡ ਚੱਕ ਕੇ ਲਿਆਉਣਾ ਹੁੰਦਾ। ਸੋ ਉਸ ਕੇਸ ਵਿੱਚ ਉਹਨੂੰ ਮੋਟਰ ਕੈਰੀਅਰ ਪਰਮਿਟ ਦੀ ਜ਼ਰੂਰਤ ਪੈਂਦੀ ਹੈ। ਜਦੋਂ ਕੋਈ ਵੀ ਇੰਟਰ ਸਟੇਟ ਜਿਹੜਾ ਕੈਰੀਅਰ ਹੈ, ਜਦੋਂ ਉਹ ਇੰਟਰਾ ਸਟੇਟ ਆਪਰੇਸ਼ਨ ਕਰ ਰਿਹਾ ਤਾਂ ਉਹਨੂੰ ਮੋਟਰ ਕੈਰੀਅਰ ਪਰਮਿਟ ਦੀ ਜ਼ਰੂਰਤ ਪੈਂਦੀ ਹੈ। ਔਰ ਮੋਟਰ ਕੈਰੀਅਰ ਪਰਮਿਟ ਹੋਣ ਵਾਸਤੇ ਜਾਂ ਲੈਣ ਵਾਸਤੇ ਤੁਹਾਡੇ ਕੋਲ ਇੰਪਲੋਇਰ ਪੁੱਲ ਨੋਟਿਸ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਮੋਟਰ ਕੈਰੀਅਰ ਪਰਮਿਟ ਇਸ਼ੂ ਨਹੀਂ ਹੋ ਸਕਦਾ। ਸੋ ਮੇਰੇ ਖਿਆਲ ਨਾਲ ਇੰਪਲੋਇਰ ਪੁੱਲ ਨੋਟਿਸ ਬਾਰੇ ਜੇਕਰ ਤੁਹਾਨੂੰ ਕਿਸੇ ਵੀ ਕਿਸਮ ਦਾ ਹੋਰ ਸਵਾਲ ਹੋਵੇ, ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਇੱਕ ਡਾਕੂਮੈਂਟ ਹੈ, ਬੜਾ ਇੰਪੋਰਟੈਂਟ ਪਰਮਿਟ ਹੈ, ਔਰ ਇਹਦੀ ਪੈਨਲਟੀ ਜਿਹੜੀ ਹੈ ਉਹ ਬੜੀ ਖਤਰਨਾਕ ਹੁੰਦੀ ਹੈ। ਬਹੁਤ ਵਾਰੀ ਸਾਡੇ ਜਿਹੜੇ ਪੁਲਿਸ ਆਫੀਸਰ ਹੈ ਨਾ, ਇੰਪਲੋਇਰ ਪੁੱਲ ਨੋਟਿਸ ਵਿੱਚ ਆਪਣੇ ਆਪ ਨੂੰ ਐਨਰੋਲ ਨਾ ਕਰਨ ਵਾਸਤੇ ਜਾਂ ਇੰਪਲੋਇਰ ਪੁੱਲ ਨੋਟਿਸ ਵਿੱਚ ਆਪਣੇ ਡਰਾਈਵਰ ਐਡ ਨਾ ਕਰਵਾਉਣ ਤੱਕ ਜਾਂ ਉਹਨਾਂ ਨੂੰ ਡਿਲੀਟ ਪ੍ਰੋਪਰ ਤਰੀਕੇ ਨਾਲ ਨਾ ਕਰਾਉਣ ਕਾਰਨ ਤੁਹਾਨੂੰ ਅਕਸਰ ਉਹ ਅਨਸੈਟੀਸਫੈਕਟਰੀ ਜਾਂ ਕੰਡੀਸ਼ਨਲ ਤੁਹਾਡੀ ਜਿਹੜੀ ਹੈ ਉਹ ਆਡਿਟ ਵਿੱਚ ਕਰ ਜਾਂਦੇ ਆ। ਸੋ ਮੇਰੇ ਖਿਆਲ ਨਾਲ ਮੈਂ ਬਹੁਤ ਤਫਸੀਲ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹਦੇ ਫਾਇਦੇ ਵੀ ਗਿਣਾਏ ਹੈ, ਇਹਦੇ ਨੁਕਸਾਨ ਵੀ ਗਿਣਾਏ ਆ, ਇਹਨੂੰ ਕਿਵੇਂ ਲੈਣਾ, ਕਿਉਂ ਜ਼ਰੂਰਤ ਹੈ, ਮੈਂ ਸਾਰੀ ਗੱਲੋਂ ਬੜੀ ਤਫਸੀਲ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਕੀਤਾ, ਤੁਹਾਡੀ ਖਿਦਮਤ ਵਿੱਚ ਰੱਖਿਆ। ਔਰ ਲਾਸਟ ਵਿੱਚ ਕੁਝ ਸੱਜਣਾ ਦੇ ਦੋ ਸਵਾਲ ਆਏ ਸੀ, ਮੇਰਾ ਟਾਈਮ 25 ਮਿੰਟ ਹੋ ਗਿਆ, ਮੈਂ 1-2 ਮਿੰਟ ਹੀ ਹੋਰ ਲੈਣੇ ਆ। ਸੋ ਇੱਕ ਸਵਾਲ ਉਹਨਾਂ ਵਿੱਚੋਂ ਅੱਜ ਮੈਂ ਲਵਾਂਗਾ, ਬਾਕੀ ਸ਼ਾਇਦ ਮੈਂ ਆਪਣੇ ਅਗਲੇ ਟੌਪਿਕ ਵਿੱਚ ਲਵਾਂਗਾ ਸਵਾਲ। ਸੋ ਸਵਾਲ ਸੀ ਕਿ VLT ਸਟਾਪ ਕੀ ਹੁੰਦਾ ਹੈ, ਕਿ ਅਸੀਂ ਟਰੱਕ ਨਵਾਂ ਲਿਆ, ਉਹਦੇ ਵਿੱਚ ਸਾਨੂੰ ਏਜੰਟ ਨੇ ਕਿਹਾ ਕਿ ਤੁਹਾਨੂੰ ਪਲੇਟਾਂ ਨਹੀਂ ਮਿਲ ਸਕਦੀਆਂ, ਇਹ VLT ਸਟਾਪ ਹੈ ਔਰ ਸਾਨੂੰ ਪੈਸੇ ਦੇਣੇ ਪੈ ਰਹੇ ਆ, ਕੀ ਕਾਰਨ ਹੈ? VLT ਸਟਾਪ ਤੋਂ ਭਾਵ ਹੁੰਦਾ ਵਹੀਕਲ ਲਾਇਸੈਂਸ ਟਾਈਟਲਿੰਗ। ਜਦੋਂ ਵੀ
ਤੁਸੀਂ ਕੰਪਨੀ ਕਿਸੇ ਨਾਲ ਕੰਮ ਕਰਦੇ ਹੋ, ਜੇਕਰ ਉਸ ਕੰਪਨੀ ਦੀ ਕੈਰੀਅਰ ਰਿਸਪੌਂਸਿਬਿਲਿਟੀ ਤੁਹਾਡੀ ਆਪਣੀ ਕੰਪਨੀ ਹੈ ਜਾਂ ਕਿਸੇ ਹੋਰ ਕੰਪਨੀ ਨਾਲ ਤੁਸੀਂ ਕਰਦੇ ਹੋ ਕੰਮ, ਜੇਕਰ ਜਿਹੜੀ ਵੀ ਕੰਪਨੀ ਦੀ ਕੈਰੀਅਰ ਰਿਸਪੌਂਸਿਬਿਲਿਟੀ ਬੇਸ਼ੱਕ ਉਹ ਆਪਣੀ ਹੋਵੇ ਜਾਂ ਕਿਸੇ ਹੋਰ ਦੀ, ਤੁਸੀਂ ਬੀਇੰਗ ਏ ਓਨਰ ਆਪਰੇਟਰ ਕਿਸੇ ਨਾਲ ਕਿਸੇ ਹੋਰ ਦੀ ਕੈਰੀਅਰ ਰਿਸਪੌਂਸਿਬਿਲਿਟੀ ਲਾ ਕੇ ਚੱਲਦੇ ਹੋ, ਅਗਰ ਉਹਨਾਂ ਦੀ DOT ਕਿਸੇ ਕਾਰਨ ਸਸਪੈਂਡ ਹੋ ਜਾਂਦੀ ਹੈ, ਉਹ DOT ਕਾਰਨ ਸਸਪੈਂਡ ਹੋ ਜਾਂਦੀ ਹੈ ਜਾਂ ਉਹ ਕਿਸੇ ਬਾਈਨੀਅਲ ਅਪਡੇਟ ਨਾ ਹੋਣ ਕਰਕੇ ਸਸਪੈਂਡ ਹੋ ਜਾਂਦੀ ਹੈ, ਤਾਂ ਉਸ ਕੇਸ ਵਿੱਚ ਉਸ ਕੰਪਨੀ ਦੇ ਜਿੰਨੇ ਵੀ ਟਰੱਕਾਂ ਉੱਤੇ ਕੈਰੀਅਰ ਰਿਸਪੌਂਸਿਬਿਲਿਟੀ ਹੈ, ਬੇਸ਼ੱਕ ਉਹ 50 ਟਰੱਕ ਹੋਣ ਉਸ ਅਕਾਊਂਟ ਵਿੱਚ ਜਾਂ 100 ਟਰੱਕ ਹੋਣ, ਜਿੰਨੇ ਵੀ ਟਰੱਕਾਂ ਉੱਤੇ ਸਿਆਸਤ ਸਿੰਘ ਭਾਜੀ ਮੈਂ ਤੁਹਾਡਾ ਜਵਾਬ ਦੇ ਦਿਆਂ ਕਿ ਕਿਵੇਂ ਡਿਲੀਟ ਕਰਨਾ ਹੈ। ਵੀਰ ਜੀ, ਜਿਹੜਾ 1100 ਫਾਰਮ ਹੁੰਦਾ, ਜੇਕਰ ਤੁਸੀਂ ਮੈਨੂਅਲੀ ਕੰਮ ਕਰਦੇ ਹੋ ਤਾਂ 1100 ਫਾਰਮ ਜਿਹੜਾ ਆ, ਮੈਂ ਕੋਸ਼ਿਸ਼ ਕਰਦਾ ਜੇ ਉਹਨੂੰ ਮੈਂ ਸਕਰੀਨ ਤੇ ਦਿਖਾ ਸਕਾਂ, ਥੋੜਾ ਜਿਹਾ ਟਾਈਮ ਜ਼ਿਆਦਾ ਹੋ ਜਾਣਾ, ਮੈਂ ਦਿਖਾਣਾ, ਮੈਂ ਕੋਸ਼ਿਸ਼ ਕਰ ਰਿਹਾ ਜੇ ਤੁਹਾਨੂੰ ਮੈਂ 1100 ਫਾਰਮ ਸ਼ੇਅਰ ਕਰ ਸਕਿਆ ਤੇ ਮੈਂ ਤੁਹਾਨੂੰ ਫਾਰਮ ਦਿਖਾ ਦਿੰਦਾ ਕਿ ਫਾਰਮ ਇਹਦੇ ਵਿੱਚ ਐਡੀਸ਼ਨ ਵੀ ਇਸੇ ਫਾਰਮ ਦੇ ਉੱਤੇ ਹੁੰਦੀ ਹੈ ਔਰ ਡਿਲੀਸ਼ਨ ਵੀ। ਜੇਕਰ ਕੈਲੀਫੋਰਨੀਆ ਦਾ ਡਰਾਈਵਰ ਹੈ ਤਾਂ ਐਡੀਸ਼ਨ ਵੀ ਇਸੇ ਫਾਰਮ ਦੇ ਉੱਤੇ ਹੁੰਦੀ ਹੈ ਔਰ ਜਿਹੜੀ ਡਿਲੀਸ਼ਨ ਹੈ ਉਹ ਵੀ ਇਸੇ ਫਾਰਮ ਤੇ ਹੁੰਦੀ ਹੈ। ਮੈਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੇਅਰ ਕਰ ਰਿਹਾ 1 ਮਿੰਟ ਵਾਸਤੇ। ਆ ਦੇਖੋ, ਇਹ ਫਾਰਮ ਹੁੰਦਾ ਜੀ 1100 ਫਾਰਮ ਹੈਗਾ। ਤੁਸੀਂ DMV ਤੇ ਜਾ ਕੇ DMV ਦੀ ਸਾਈਟ ਤੇ ਜਾ ਕੇ 1100 ਫਾਰਮ EPN, ਇਹਨੂੰ INF 1100 ਕਿਹਾ ਜਾਂਦਾ, ਜਿਹਦੇ ਵਿੱਚ ਤੁਸੀਂ ਡਰਾਈਵਰ ਦੇ ਸਾਹਮਣੇ ਲਿਖਣਾ ਹੁੰਦਾ ਕਿ ਅਸੀਂ ਇਹਨੂੰ ਐਡ ਕਰਨਾ ਆ ਜਾਂ ਡਿਲੀਟ ਕਰਨਾ। ਜਿੰਨੇ ਵੀ ਡਰਾਈਵਰ ਤੁਸੀਂ ਡਿਲੀਟ ਕਰਨੇ ਆ ਜਾਂ ਐਡ ਕਰਨੇ ਆ, ਇਹਦੇ ਵਿੱਚ ਤੁਸੀਂ ਕਰ ਸਕਦੇ ਹੋ। ਜਾਂ ਜੇਕਰ ਤੁਹਾਡੇ ਕੋਲ ਆਨਲਾਈਨ ਸਿਸਟਮ ਹੈ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਉਹ ਆਨਲਾਈਨ ਜਾ ਕੇ ਵੀ ਤੁਸੀਂ ਡਿਲੀਸ਼ਨ ਕਰ ਸਕਦੇ ਹੋ। ਬੜਾ ਹੀ ਆਨਲਾਈਨ ਬਹੁਤ ਸੌਖਾ ਹੈ। ਮੈਂ ਇੱਕ ਰეკਮੈਂਡ ਕਰਾਂਗਾ ਕਿ ਇਹਨੂੰ ਆਨਲਾਈਨ ਜਿਸ ਵੀ ਤੁਸੀਂ ਏਜੰਟ ਕੋਲੋਂ ਕੰਮ ਕਰਵਾਉਂਦੇ ਹੋ, ਤੁਸੀਂ ਉਹਨੂੰ ਕਹਿ ਕੇ ਜਾਂ ਆਪ ਆਪਣਾ ਇਹਦਾ ਜਿਹੜਾ ਹੈਗਾ ਉਹ ਅਕਾਊਂਟ ਸੈਟਅਪ ਕਰ ਸਕਦੇ ਹੋ। ਸੋ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ VLT ਸਟਾਪ ਕੀ ਹੁੰਦਾ। VLT ਸਟਾਪ ਜਿਹੜਾ ਹੈ ਉਹ ਜਦੋਂ ਕਿਸੇ ਕੰਪਨੀ ਦੀ DOT ਸਸਪੈਂਡ ਹੋ ਜਾਂਦੀ ਕਿਸੇ ਵੀ ਕਾਰਨ, ਆਊਟ ਆਫ ਸਰਵਿਸ ਹੋ ਜਾਂਦੀ ਕਿਸੇ ਵੀ ਕਾਰਨ, ਤਾਂ ਉਸ DOT ਰਿਸਪੌਂਸਿਬਿਲਿਟੀ ਦੇ ਅੰਡਰ ਜਿੰਨੇ ਵੀ ਟਰੱਕ ਚੱਲਦੇ ਹਨ ਉਹਨਾਂ ਟਰੱਕਾਂ ਉੱਤੇ VLT ਸਟਾਪ ਜਿਹੜਾ ਆ ਉਹ ਲੱਗ ਜਾਂਦਾ। ਜੇਕਰ ਤੁਸੀਂ ਟਰੱਕ ਨਵਾਂ ਬਾਏ ਕਰ ਰਹੇ ਹੋ ਜਾਂ ਖਾਸ ਕਰਕੇ ਯੂਜ਼ਡ ਟਰੱਕ ਕਿਸੇ ਕੋਲੋਂ ਬਾਏ ਕਰ ਰਹੇ ਹੋ ਤਾਂ ਧਿਆਨ ਰੱਖੋ, ਟਰੱਕ ਬਾਏ ਕਰਨ ਤੋਂ ਪਹਿਲਾਂ ਉਹਦੀ ਬਕਾਇਦਾ ਵਿਨ ਇਨਕੁਆਇਰੀ, ਤੁਸੀਂ ਜਿਸ ਵੀ ਏਜੰਟ ਕੋਲੋਂ ਕੰਮ ਕਰਵਾ ਰਹੇ ਹੋ ਉਹਦੇ ਕੋਲੋਂ ਤੁਸੀਂ ਉਹਦੀ ਵਿਨ ਇਨਕੁਆਇਰੀ ਕਰਵਾ ਸਕਦੇ ਹੋ। ਤੁਸੀਂ DMV ਵਿੱਚ ਜਾ ਕੇ ਉਹਦੀ ਵਿਨ ਇਨਕੁਆਇਰੀ ਕਰਵਾ ਸਕਦੇ ਹੋ। ਖਾਸ ਕਰਕੇ ਜੇ ਤੁਸੀਂ ਡੀਲਰ ਦੀ ਬਜਾਏ ਕਿਸੇ ਪ੍ਰਾਈਵੇਟ ਪਾਰਟੀ ਕੋਲੋਂ ਟਰੱਕ ਲੈਂਦੇ ਆ। ਜਾਂ ਮੈਂ ਇੱਕ ਗੱਲ ਕਹਾਂ, ਥੋੜੀ ਜਿਹੀ ਮੈਂ ਗੱਲ ਕਹਿਣ ਲੱਗਾ, ਹੋ ਸਕਦਾ ਕਿ ਕਿਸੇ ਕੋਈ ਇਹਦਾ ਮਾਈਂਡ ਨਾ ਕਰਨਾ, ਉਹ ਕੰਪਨੀ ਜਿਹੜੀ ਬੰਦ ਹੋ ਰਹੀ ਹੈ, ਜਦੋਂ ਉਸ ਕੰਪਨੀ ਕੋ ਤੁਸੀਂ ਟਰੱਕ ਬਾਏ ਕਰਦੇ ਹੋ ਤਾਂ ਖਾਸ ਧਿਆਨ ਰੱਖੋ ਕਿ ਉਹਦਾ VLT ਸਟਾਪ ਜ਼ਰੂਰ ਚੈੱਕ ਕਰਵਾਓ। ਅਦਰਵਾਈਜ਼ ਤੁਹਾਨੂੰ 10 ਤੋਂ 15 ਦਿਨ ਤੁਹਾਡੀਆਂ ਲਾਇਸੈਂਸ ਪਲੇਟਾਂ ਜਿਹੜੀਆਂ ਉਹ ਡਿਲੇ ਹੋ ਜਾਂਦੀਆਂ। ਮੈਂ ਇਹ ਨਹੀਂ ਕਹਿੰਦਾ ਕਿ ਉਹ ਹੋ ਨਹੀਂ ਸਕਦੀਆਂ, ਬਕਾਇਦਾ ਹੋ ਜਾਂਦੀਆਂ। ਤੁਹਾਨੂੰ ਬਕਾਇਦਾ DMV ਨੂੰ ਪ੍ਰੂਵ ਕਰਨਾ ਪੈਂਦਾ ਕਿ ਮੈਂ ਫਲਾਂ ਬਿੱਲ ਆਫ ਸੇਲ ਦੇ ਜਰੀਏ ਇਹ ਟਰੱਕ ਖਰੀਦਿਆ, ਉਹਦੀ $150 ਫੀਸ ਹੁੰਦੀ ਹੈ ਔਰ ਉਹ ਤੁਹਾਨੂੰ ਭਰਨੀ ਹੀ ਪੈਂਦੀ ਹੈ। ਤੁਹਾਡੇ ਕੋਲ ਕੋਈ ਚਾਰਾ ਨਹੀਂ, $150 ਦੀ ਫੀਸ ਭਰ ਕੇ ਤੁਸੀਂ ਬਕਾਇਦਾ ਉਹਦਾ ਜਿਹੜਾ ਹੈਗਾ DMV ਨੂੰ ਭਿਜਵਾ ਸਕਦੇ ਹੋ। DMV ਕਰੀਬ ਇਹਨੂੰ ਸਾਰੇ ਕੰਮ ਵਾਸਤੇ ਕੋਈ 5 ਤੋਂ 7 ਵਰਕਿੰਗ ਡੇ ਲੈਂਦੀ ਹੈ, ਜਿਹੜੇ ਕਿ 2 ਵੀਕ ਬਣ ਜਾਂਦੇ ਆ। ਸੋ ਤੁਹਾਡਾ 2 ਵੀਕ ਵਾਸਤੇ ਟਰੱਕ ਜਿਹੜਾ ਉਹ ਖੜਾ ਹੋ ਜਾਂਦਾ। ਸੋ VLT ਸਟਾਪ ਇੱਕ ਬੜਾ ਖਤਰਨਾਕ ਚੀਜ਼ ਹੈ। ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਆਪਣੀ ਬਿਟ ਇੰਸਪੈਕਸ਼ਨ, ਆਪਣੀ ਬਾਈਨੀਅਲ ਟਰਮੀਨਲ ਇੰਸਪੈਕਸ਼ਨ, ਜਿਹਨੂੰ ਅਸੀਂ MCS 150 ਅਪਡੇਟ ਕਹਿੰਦੇ ਆ। ਵੈਸੇ ਮੈਂ ਇਹਦੇ ਬਾਰੇ ਇੱਕ ਅਲੱਗ ਟੌਪਿਕ ਇੱਕ ਦਿਨ ਕਰਾਂਗਾ, MCS 150 ਕਿਉਂ ਜ਼ਰੂਰੀ ਹੈ। ਸੋ ਉਹਦੇ ਵਿੱਚ ਇਹਨੂੰ ਸਾਰੇ ਨੂੰ ਕਵਰ ਕਰਾਂਗੇ ਕਿ ਕਿਉਂ ਜ਼ਰੂਰੀ ਹੈ ਔਰ ਜਿਹੜਾ ਬਾਈਨੀਅਲ ਅਪਡੇਟ ਹੈਗੀ ਹੈ ਉਹ ਅਕਸਰ ਉਹਦੇ ਕਰਕੇ ਤੁਹਾਡੇ ਟਰੱਕ ਦੇ ਉੱਤੇ VLT ਸਟਾਪ ਲੱਗ ਜਾਂਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਅਗਰ ਕੰਪਨੀ ਦੇ 50 ਟਰੱਕ ਚੱਲਦੇ ਹਨ ਜਾਂ 100 ਟਰੱਕ ਚੱਲਦਾ ਹੈ, ਅਗਰ VLT ਸਟਾਪ ਲੱਗਦਾ ਹੈ ਤਾਂ ਹਰੇਕ ਟਰੱਕ ਦਾ $150, ਭਾਵ 100 ਟਰੱਕਾਂ ਮਗਰ ਇੱਕ ਕਰੀਬ $15,000 ਦਾ ਪੈਨਲਟੀ ਜਿਹੜੀ ਹੈ ਉਹ ਤੁਹਾਨੂੰ ਪੈ ਸਕਦੀ ਹੈ।
ਸੋ ਆਪਣਾ MCS 150 ਜਦੋਂ ਵੀ ਤੁਹਾਡਾ ਟਾਈਮ ਹੁੰਦਾ ਉਹਨੂੰ ਯਾਦ ਨਾਲ ਅਪਡੇਟ ਕਰਿਆ ਕਰੋ, ਆਪਣੇ ਏਜੰਟ ਦੀ ਡਿਊਟੀ ਲਗਾਇਆ ਕਰੋ ਕਿ ਉਹ ਆਪਣੀ ਬਾਈਨਲ ਟਰਮੀਨਲ ਜਿਹੜੀ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ, ਔਰ ਜੇਕਰ ਕੰਪਨੀ ਆਡਿਟ ਕਰਕੇ ਸਸਪੈਂਡ ਹੁੰਦੀ ਹੈ ਤਾਂ ਫਿਰ ਉਸ ਕੇਸ ਵਿੱਚ ਤਾਂ ਉਹ ਹੋਣਾ ਹੀ ਹੋਣਾ ਹੈ। ਜਾਂ ਕੰਪਨੀ ਬੰਦ ਹੋ ਜਾਂਦੀ ਹੈ, ਉਹ ਆਪਣੀ ਬਾਈਨਲ ਅਪਡੇਟ ਨਹੀਂ ਕਰਦੀ ਪਰ ਟਰੱਕ ਤੁਹਾਨੂੰ ਵੇਚ ਦਿੰਦੀ ਹੈ, ਉਸ ਕੇਸ ਵਿੱਚ ਵੀ ਤੁਹਾਡੇ ਇਹ ਜਿਹੜਾ BLT ਸਟਾਕ ਉਹ ਲੱਗਣਾ ਹੀ ਲੱਗਣਾ। ਸੋ ਅਗਲੀ ਵਾਰੀ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ, ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸ਼ੁਕਰੀਆ, ਸਤਿ ਸ੍ਰੀ ਅਕਾਲ, ਸ਼ਬਾ ਖੈਰ, ਰੱਬ ਰਾਖਾ।